ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕੰਚੀ ਟੀਵੀ। ਸਵਾਗਤ ਹੈ ਜੀ। ਜੈ ਗੁਰਦੇਵ, ਜੈ ਭੀਮ। ਅੱਜ ਵਿਸ਼ੇਸ਼ ਇੱਕ ਮੀਟਿੰਗ ਜਿਹੜੀ ਭਰੋਂ ਬਾਜ਼ਾਰਾਂ ਦੇ ਅੰਦਰ ਹੈ, ਜਿੱਥੇ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਰਜਿਸਟਰਡ ਦੇ ਸਾਧੂ ਸੰਤ ਮਹਾਂਪੁਰਸ਼ ਵੀ ਪਹੁੰਚੇ ਹੋਏ ਨੇ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ। ਤੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪਾਵਰ ਆਫ ਸੋਸ਼ਲ ਯੂਨਿਟੀ ਪੰਜਾਬ ਦੇ ਪ੍ਰਧਾਨ ਫਕੀਰ ਚੰਦ ਜੀ ਜੱਸਲ, ਜਿਨ੍ਹਾਂ ਨੇ ਬੀਤੇ ਸਮੇਂ 64 ਦਿਨ ਦੀ ਯਾਤਰਾ ਕੀਤੀ ਹੈ। ਸਮਾਜ ਨੂੰ ਬਹੁਤ ਬਰੀਕੀ ਦੇ ਨਾਲ ਹਰ ਪੱਖ ਤੋਂ ਘੋਖਿਆ ਕਿ ਸਮਾਜ ਕਿਵੇਂ ਟੁੱਟਿਆ, ਕਿਵੇਂ ਟੁੱਟ ਰਿਹਾ ਤੇ ਇਹਦੇ ਲਈ ਹੱਲ ਕੀ ਨੇ। ਤੇ ਅੱਜ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ। ਆਓ ਆਪਾਂ ਪੁੱਛਦੇ ਹਾਂ ਕਿ ਅੱਜ ਦਾ ਜਿਹੜਾ ਵਿਸ਼ਾ ਕੀ ਸੀ ਔਰ ਇਹਦਾ ਹੱਲ ਕੀ ਹੈ। ਸਮਾਜ ਅੱਜ ਕਿੱਥੇ ਖੜਾ, ਸਮਾਜ ਜਿਸ ਤਰੀਕੇ ਦੇ ਨਾਲ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਇਸ ਸਮਾਜ ਨੂੰ ਜੋੜਨ ਦਾ ਸੰਦੇਸ਼ ਦਿੰਦੇ ਨੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਮੱਖੀਆਂ ਦੀ ਉਦਾਹਰਨ ਦੇ ਕੇ ਜੋੜਨ ਦਾ ਸੰਦੇਸ਼ ਦਿੰਦੇ ਨੇ, ਪਰ ਸਮਾਜ ਅੱਜ ਕਿੱਥੇ ਖੜਾ। ਖਾਸ ਕਰਕੇ ਜਿਹੜੇ ਜ਼ਿੰਮੇਵਾਰ ਨੇ ਸਾਡੇ ਸੰਤ ਮਹਾਂਪੁਰਸ਼, ਉਹ ਉਹਨਾਂ ਦਾ ਕਿੰਨਾ ਕੁ ਯੋਗਦਾਨ ਹੈ ਸਮਾਜ ਨੂੰ ਇਕੱਠਿਆਂ ਕਰਨ ਦਾ, ਜਾਂ ਉਹਨਾਂ ਦੇ ਕਰਕੇ ਹੀ ਸਮਾਜ ਅਲੱਗ-ਅਲੱਗ ਹੋ ਰਿਹਾ, ਇਹਦੇ ਤੇ ਆਪਾਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਾਂਗੇ ਜੱਸਲ ਸਾਹਿਬ। ਕੰਚੀ ਟੀਵੀ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਜੈ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਜੱਸਲ ਸਾਹਿਬ, ਅੱਜ ਇਸ ਮੀਟਿੰਗ ਦੇ ਵਿੱਚ ਵਿਸ਼ਾ ਕੀ ਸੀ ਔਰ ਇਸ ਦਾ ਹੱਲ ਕੀ ਹੈ? ਤੁਸੀਂ ਬੜਾ ਜੋਸ਼ੋ ਖਰੋਸ਼ ਦੇ ਨਾਲ ਅੱਜ ਸਪੀਚ ਦਿੱਤੀ ਹੈ। ਅੱਜ ਦਾ ਜੋ ਵਿਸ਼ਾ ਆ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰਡ ਪੰਜਾਬ, ਜਿਹਦੇ ਪ੍ਰਧਾਨ ਮਾਨਯੋਗ ਸੰਤ ਕੁਲਵੰਤ ਰਾਮ ਜੀ, ਡੇਰਾ 108 ਸੰਤ ਭਰੋਂ ਬਾਜ਼ਾਰਾਂ ਦੇ ਮੇਲਾ ਰਾਮ ਜੀ ਦੇ ਡੇਰੇ ਦੇ ਸੰਚਾਲਕ ਹਨ, ਅਤੇ ਉਹਨਾਂ ਦੇ ਨਾਲ ਨਿਰਮਲ ਸਿੰਘ ਜੀ ਸੰਤ ਡੇਰਾ 108 ਹਵਾਦਾਨ, ਅਤੇ ਹੋਰ ਜਿਹੜੇ ਸਾਡੇ ਸਾਰੇ ਸੁਸਾਇਟੀ ਦੇ ਸੰਤ ਆਏ। ਵਿਸ਼ਾ ਅੱਜ ਦਾ ਹੈ ਕਿ ਜੋ ਸੰਤ ਸਮਾਜ ਵੱਲੋਂ ਬਹੁਤ ਉਪਰਾਲੇ ਕਰਕੇ ਹਰਿਦੁਆਰ ਦੇ ਵਿੱਚ ਜੋ ਉਤਰਾਂਚਲ, ਜਿਹਨੂੰ ਆਪਾਂ ਕਹਿ ਲੈਂਦੇ ਹਾਂ ਜੀ, ਉੱਥੇ ਇੱਕ ਆਸ਼ਰਮ ਬਣਾਇਆ ਗਿਆ ਸੀ ਲੋਕਾਂ ਦੀ ਸਹੂਲਤ ਲਈ ਜੀ। ਕਿਉਂਕਿ ਸਾਡੇ ਲੋਕ ਜਦੋਂ ਕਿਸੇ ਬਜ਼ੁਰਗ ਦਾ, ਬੱਚੇ ਦਾ, ਕਿਸੇ ਦਾ ਵੀ ਕੋਈ ਦੇਹਾਂਤ ਹੋ ਜਾਂਦਾ ਸੀ ਤੇ ਉੱਥੇ ਜਾ ਕੇ ਉਹਨਾਂ ਦੀ ਜੋ ਲੁੱਟ ਖਸੁੱਟ ਹੁੰਦੀ ਸੀ, ਉਸ ਤੋਂ ਬਚਣ ਦੀ ਖਾਤਰ ਅਤੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਜੋ ਉਸ ਵੇਲੇ ਸਭਾ ਦੇ ਸੁਸਾਇਟੀ ਦੇ ਸੰਤ ਸੀ, ਉਹਨਾਂ ਨੇ ਇੱਕ ਆਸ਼ਰਮ ਲਈ ਜਗ੍ਹਾ ਲਈ ਸੀ ਜੀ। ਉਹ ਜਗ੍ਹਾ ਜਿਹੜੀ ਆਸ਼ਰਮ ਦੀ ਹੈ, ਉੱਥੇ ਆਸ਼ਰਮ ਅੱਜ ਵੀ ਚੱਲ ਰਿਹਾ। ਉਸ ਤੋਂ ਬਾਅਦ 2005 ਦੇ ਵਿੱਚ ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਜੋੜਿਆਂ ਵਾਲੇ ਉਹ ਬਣੇ, ਅਤੇ ਜਨਰਲ ਸਕੱਤਰ ਸੰਤ ਆਵਾਦਾਨ ਨਿਰਮਲ ਸਿੰਘ ਜੀ ਜਨਰਲ ਸਕੱਤਰ ਸੀ। ਜਿੱਥੋਂ ਤੱਕ ਮੈਨੂੰ ਰਿਕਾਰਡ ਦੇ ਵਿੱਚ ਪਤਾ ਲੱਗਾ ਕਿ ਇਹਨਾਂ ਵੱਲੋਂ ਇੱਕ ਰੈਜੂਲੇਸ਼ਨ, ਇੱਕ ਗੁੱਡ ਫੇਥ ਦੇ ਵਿੱਚ ਪਾ ਕੇ ਦਿੱਤਾ ਗਿਆ ਕਿ ਜੋ ਚੂੜੋਵਾਲ ਦੇ ਵਿੱਚ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਚੱਲ ਰਿਹਾ, ਉਹਨੂੰ ਆਪਾਂ CBSE ਪੈਟਰਨ ਤੇ ਕਰਨਾ ਹੈ ਜੀ। ਉਹ ਰੈਜੂਲੇਸ਼ਨ ਜਿਹੜਾ, ਉਹਨੂੰ ਵਰਤ ਕੇ ਉਹ ਲੀਜ਼ ਡੀਡ ਜਿਹੜੀ ਹੈ 99 ਸਾਲ ਲਈ ਉਹ ਦੇ ਦਿੱਤੀ ਗਈ ਸਕੂਲ ਦੀ 16 ਕਨਾਲ ਦੀ ਜੀ। ਔਰ ਜਿਹੜੀ ਸਕੂਲ ਦੀ ਜਗ੍ਹਾ ਆ, ਉਹ ਅੰਦਾਜ਼ਨ 5.5 ਖੇਤ ਹੈ ਜੀ, ਜਿਹਦੇ ਵਿੱਚ 3.5 ਖੇਤ ਜਿਹੜੀ ਆ ਉਹਦੀ ਲੀਜ਼ ਡੀਡ ਨਹੀਂ ਹੈ। ਜਦੋਂ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗਾ, ਔਰ ਸੰਤ ਨਿਰਮਲ ਸਿੰਘ ਜੀ ਨੇ ਪੰਡਵੇ ਦੀ ਮੀਟਿੰਗ ਦੇ ਵਿੱਚ ਦੱਸਿਆ ਕਿ ਸਕੂਲ ਜਿਹੜਾ ਇਸ ਤਰੀਕੇ ਦੇ ਨਾਲ ਗਿਰਵੀ ਰੱਖ ਦਿੱਤਾ ਗਿਆ ਹੈ, ਤੇ ਸੁਸਾਇਟੀ ਨੂੰ ਸਿਰਫ ਇੰਨੇ ਸਾਰੇ ਹੀ ਜਿਹੜਾ ਸਕੂਲ ਦਾ ਇਨਫਰਾਸਟ੍ਰਕਚਰ ਸੀਗਾ, ਚਾਹੇ ਉਹ ਸਟੇਸ਼ਨਰੀ ਲਾ ਲਓ, ਗੱਡੀਆਂ ਲਾ ਲਓ, ਬਿਲਡਿੰਗ ਲਾ ਲਓ, ਫਰਨੀਚਰ ਲਾ ਲਓ, ਉਹਦੇ ਵਿੱਚ ਲਿਖ ਦਿੱਤਾ ਗਿਆ ਕਿ 10,000 ਰੁਪਇਆ ਸਾਲ ਦਾ ਸੁਸਾਇਟੀ ਨੂੰ ਉਹ ਕਿਰਾਏ ਤੇ ਦੇਣਗੇ ਸਾਰੇ।
ਇਸ ਗੱਲ ਨੂੰ ਨਿਖਾਰਨ ਲਈ ਸਾਰਾ ਰਿਕਾਰਡ ਘੋਖਿਆ ਗਿਆ ਅਤੇ ਇਹ ਪਾਇਆ ਗਿਆ ਕਿ ਇਹ ਜਿਹੜੀ ਜ਼ਮੀਨ ਦਿੱਤੀ ਗਈ ਹੈ ਇਹ ਇਕੱਲੇ ਨਿਰਮਲ ਦਾਸ ਹੁਣਾਂ ਵੱਲੋਂ ਆਪਣੇ ਸ਼੍ਰੀ ਮੈਡਮ ਸੰਤੋਸ਼ ਜੀ ਨੂੰ ਦਿੱਤੀ ਗਈ ਹੈ ਜੀ। ਸੋ ਇਸ ਗੱਲ ਦੇ ਝਗੜੇ ਨੂੰ ਵੱਧਦਾ ਸੁਸਾਇਟੀ ਜਿਹੜੀ ਹੈ ਉਹ ਦੋ ਫੜ ਹੋ ਗਈ ਜੀ, ਜਿਸ ਦੇ ਪ੍ਰਧਾਨ ਮੁੜ ਕੇ ਸੰਤ ਕੁਲਵੰਤ ਰਾਮ ਜੀ ਬਣ ਗਏ ਅਤੇ ਚੇਅਰਮੈਨ ਸੰਤ ਮਹਿੰਦਰਪਾਲ ਜੀ ਬਣ ਗਏ ਜੀ, ਅਤੇ ਜਨਰਲ ਸਕੱਤਰ ਸੰਤ ਨਿਰਮਲ ਸਿੰਘ ਜੀ ਰਹੇ ਜੀ, ਉਸੇ ਸੁਸਾਇਟੀ ਦੀ ਅੱਜ ਇੱਥੇ ਮੀਟਿੰਗ ਹੋ ਰਹੀ ਹੈ ਜੀ। ਇਹਨਾਂ ਦਾ ਆਪਸ ਵਿੱਚ ਡਿਸਪਿਊਟ ਹੋਣ ਕਰਕੇ ਦੋਨਾਂ ਸੁਸਾਇਟੀ ਦੇ ਜਿਹੜੇ ਦੋ ਅੰਗ ਬਣ ਗਏ ਜੀ, ਕਿਉਂਕਿ ਇਹ ਸੁਸਾਇਟੀ ਕਹਿੰਦੀ ਵੀ ਅਸੀਂ ਓਰੀਜਨਲ ਆ, ਉਹ ਕਹਿੰਦੇ ਅਸੀਂ ਓਰੀਜਨਲ ਆ ਜੀ। ਲੇਕਿਨ ਰਿਕਾਰਡ ਜਿਹੜਾ ਕਾਰਵਾਈ ਅੱਜ ਤੱਕ ਜਿੰਨੀ ਵੀ ਹੈ ਸੁਸਾਇਟੀ ਦੀ ਉਹਦਾ ਰਿਕਾਰਡ ਸਾਰਾ ਇਹਨਾਂ ਦੇ ਪਾਸ ਹੈ ਜੀ। ਸਕੂਲ ਦਾ ਜਿਹੜਾ ਵੇਰਵਾ ਉਹ ਰਿਕਾਰਡ ਦੇ ਮੁਤਾਬਕ ਇਹ ਲੱਗਦਾ ਕਿ ਜਦੋਂ ਰੈਜੂਲੇਸ਼ਨ ਪਾਇਆ ਗਿਆ ਜੀ, ਉਦੋਂ ਤੱਕ ਐਜੂਕੇਸ਼ਨ ਸੁਸਾਇਟੀ ਦੇ ਵਿੱਚ ਕਿਤੇ ਵੀ ਮਤਾ ਨਹੀਂ ਪਿਆ ਵੀ ਐਜੂਕੇਸ਼ਨ ਸੁਸਾਇਟੀ ਸਾਡੀ ਹੈਗੀ ਹੈ ਜੀ, ਜਿਹਨੂੰ ਅਸੀਂ ਲੀਜ਼ ਡੇਟ ਦਿੱਤੀ ਹੈ ਜੀ। ਹੁਣ ਇਹਨਾਂ ਦੀ ਕਾਰਵਾਈ ਰਜਿਸਟਰ 'ਚ ਹੈ ਨਹੀਂਗਾ, ਲੇਕਿਨ ਉਹ ਆਪਣੇ ਤਾਂ ਦੂਸਰੇ ਪਾਸੇ ਉਹ ਸ਼ੋਅ ਕਰ ਰਹੇ ਵੀ ਐਜੂਕੇਸ਼ਨ ਸੁਸਾਇਟੀ ਸਾਡੀ ਹੈ ਸੀ। ਸੋ ਇਸ ਮਸਲੇ ਨੂੰ ਲੋਕਾਂ 'ਚ ਦੱਸਣ ਲਈ ਜੀ, ਕਿ ਸਕੂਲ ਦਾ ਜਿਹੜੀ ਪ੍ਰਾਪਰਟੀ ਹੈ ਜੀ, ਉਹ ਇਸ ਤਰੀਕੇ ਦੇ ਨਾਲ ਅਤੇ ਉਸੇ ਤਰੀਕੇ ਦੇ ਨਾਲ ਹਰਿਦੁਆਰ ਦਾ ਜਿਹੜਾ ਆਸ਼ਰਮ ਆ ਜੀ, ਉਹ ਵੀ ਇਸ ਸੁਸਾਇਟੀ ਨੂੰ ਉੱਥੇ ਬਣਨ ਦਾ ਅਧਿਕਾਰ ਨਹੀਂ ਹੈ। ਜਦੋਂ ਇਹ ਸ਼ੋਭਾ ਯਾਤਰਾ ਲੈ ਕੇ ਜਾਂਦੇ ਆ ਤੇ ਉਹਨਾਂ ਵੱਲੋਂ ਇਹਨਾਂ ਦੇ ਨਾਲ ਆਪਸ ਵਿੱਚ ਵਿਤਕਰਾ ਹੋਣ ਕਰਕੇ ਇਹ ਲਿਖ ਦਿੱਤਾ ਜਾਂਦਾ ਵੀ ਇਹ ਜਿਹੜੀ ਸੰਗਤ ਆ ਇਹ ਕਬਜ਼ਾ ਕਰਨ ਲਈ ਆ ਰਹੀ ਹੈ ਜੀ, ਤੇ ਉੱਥੇ ਇਹਨਾਂ ਨੂੰ ਆਸ਼ਰਮ ਦੇ ਵਿੱਚ ਬਣਨ ਵੀ ਨਹੀਂ ਦਿੱਤਾ ਜਾਂਦਾ, ਜਿਹਦੇ ਨਾਲ ਸੰਗਤ ਵੀ ਜਿਹੜੀ ਖਰਾਬ ਹੁੰਦੀ ਹੈ। ਜਦੋਂ ਕਿ ਸੰਗਤ ਜਿਹੜੀ ਆ ਸਤਿਗੁਰੂ ਰਵਿਦਾਸ ਨਾਮ ਲੈਵਾ ਸਾਰੀ ਸੰਗਤ ਹੈ ਜੀ। ਸੋ ਅੱਜ ਦਾ ਵਿਸ਼ਾ ਇਹਨਾਂ ਨੇ ਇਹ ਰੱਖਿਆ ਸੀਗਾ ਕਿ ਅਸੀਂ ਲੋਕਾਂ ਦੇ ਵਿੱਚ ਇਹ ਦੱਸਣਾ ਚਾਹੁੰਦੇ ਹਾਂ ਜਿਹੜੀਆਂ ਧਾਰਮਿਕ ਸਭਾਵਾਂ ਆ ਜੀ, ਸਾਡੇ ਸਮਾਜ ਦੀਆਂ ਸਮਾਜਿਕ ਜਥੇਬੰਦੀਆਂ ਆ ਜਾਂ ਕੋਈ ਵੀ ਅੰਬੇਡਕਰ ਜਥੇਬੰਦੀਆਂ ਆ ਜਾਂ ਭਗਵਾਨ ਵਾਲਮੀਕ ਜਥੇਬੰਦੀਆਂ ਜਿਹੜਾ ਕਿ ਅਨੁਸੂਚਿਤ ਜਾਤੀ ਸਮਾਜ ਆ ਉਹਦਾ ਦੱਸਣਾ ਚਾਹੁੰਦੇ ਸੀ ਕਿ ਅਸੀਂ ਦੱਸ ਦਈਏ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀਆਂ ਜਿੰਨੀਆਂ ਵੀ ਆ ਜਿਹੜੇ ਉੱਥੇ ਅਸਥਾਨ ਬਣੇ ਹੋਏ ਆ ਉੱਥੇ ਦੀ ਜਿਹੜੀ ਇਨਕਮ ਆ ਉਹ ਲੋਕਾਂ ਦੇ ਰਿਕਾਰਡ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਕਿੱਥੇ ਲੱਗ ਰਹੀ ਹੈ ਜੀ। ਇਹ ਇਹਨਾਂ ਦਾ ਅੱਜ ਦਾ ਵਿਸ਼ਾ ਸੀਗਾ। ਸੋ ਇਸ ਵਿਸ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ ਗੰਭੀਰਤਾ ਨਾਲ ਦੇਖਦੇ ਹੋਏ ਕਿ ਵਾਕਿਆ ਹੀ ਜਿਵੇਂ SGPC ਦੀਆਂ ਪ੍ਰਾਪਰਟੀਆਂ ਹੈਗੀਆਂ ਉੱਥੋਂ ਜਿਹੜੀ ਇਨਕਮ ਹੋ ਰਹੀ ਹੈ ਉਹ ਜੇਕਰ ਸਮਾਜ ਦੇ ਕੰਮ ਆ ਰਹੀ ਹੈ ਜਿੰਨੀ ਵੀ ਆ ਰਹੀ ਹੈ, ਮੈਨੂੰ ਇਹ ਨਹੀਂ ਪਤਾ ਵੀ ਕਿੰਨੀ ਹੋ ਰਹੀ ਤੇ ਕਿੰਨੀ ਨਹੀਂ ਹੋ ਰਹੀ, ਲੇਕਿਨ ਸਾਡੀ ਜਿਹੜੀ ਇਨਕਮ ਹੋ ਰਹੀ ਹੈ ਉਹ ਸਾਡੇ ਸਮਾਜ ਦੇ ਉੱਤੇ ਜੇਕਰ ਲੱਗੇ, ਅਸੀਂ ਸਕੂਲ ਕੋਈ ਯੂਨੀਵਰਸਿਟੀ ਜਾਂ ਸਾਡੇ ਬੱਚਿਆਂ ਲਈ ਹੈਲਪ ਕੋਈ ਵੀ ਸਾਡੀ ਸੰਸਥਾ ਜਿਹੜੀ ਇਦਾਂ ਦੀ ਹਾਲੇ ਤੱਕ ਇਸ ਸੁਸਾਇਟੀ ਵੱਲੋਂ ਜੋ ਕੋਸ਼ਿਸ਼ ਕਹਿੰਦੇ ਕੀਤੀ ਗਈ ਸੀ ਕਿ ਅਸੀਂ ਸਕੂਲ ਜਿਹੜਾ ਆ ਇਹਨੂੰ ਅੱਗੇ ਲਿਜਾ ਕੇ ਯੂਨੀਵਰਸਿਟੀ 'ਚ ਕਨਵਰਟ ਕਰਨਾ, ਲੇਕਿਨ ਅੱਜ ਇਸ ਸੁਸਾਇਟੀ ਦੋ ਫਾੜ ਹੋਣ ਕਰਕੇ ਇਹਨਾਂ ਦੇ ਕੇਸ ਜਿਹੜੇ ਆ ਉਹ ਅਦਾਲਤਾਂ ਵਿੱਚ ਚਲੇ ਗਏ ਜੀ। ਅੱਜ ਵੀ ਅਸੀਂ ਇਸ ਕਰਕੇ ਹੀ ਮੈਂ ਪਹਿਲਾਂ ਵੀ ਸੁਸਾਇਟੀ ਨੂੰ ਇੱਕ ਕਰਨ ਲਈ ਕੋਸ਼ਿਸ਼ ਕੀਤੀ ਸੀ, ਮੇਰੀ ਜ਼ਿੰਮੇਵਾਰੀ ਲਾਈ ਗਈ ਸੀ। ਮੈਂ ਸੁਸਾਇਟੀ ਦੇ ਦੁੱਖ ਨੂੰ ਨਜ਼ਰ ਰੱਖਦੇ ਹੋਏ, ਕਿਉਂਕਿ ਇਹ ਸਾਡੀ ਇੱਕ ਸਰਮੌਰ ਸੁਸਾਇਟੀ ਹੈ ਜੀ, ਜਿਹੜੀ ਸਾਡੇ ਸਮਾਜ ਲਈ ਬਹੁਤ ਵੱਡਾ ਕੰਮ ਕਰ ਸਕਦੀ ਹੈ, ਕਿਉਂ ਕਿ ਸਾਡੀਆਂ ਸੰਗਤਾਂ ਜਿਹੜੀਆਂ ਉਹ ਇਸ ਸੁਸਾਇਟੀ ਦੇ ਨਾਲ ਜੁੜੀਆਂ ਹੋਈਆਂ ਜੀ। ਕਿਸੇ ਡੇਰੇ 'ਚ 10,000 ਸੰਗਤ ਆ, ਕਿਸੇ 'ਚ 5,000 ਆ, ਕਿਸੇ 'ਚ ਲੱਖ ਆ, ਕਿਸੇ 'ਚ 10 ਲੱਖ ਆ। ਸੋ ਜੇਕਰ ਇਸ ਸਾਧੂ ਸੰਪਰਦਾਇ ਸੁਸਾਇਟੀ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਜਿਹੜੀ ਹੈ,
ਜੇਕਰ ਇਹ ਦਿਸ਼ਾ ਸੰਗਤ ਨੂੰ ਦੇ ਨਾ ਸਕੇ ਜੀ ਤੇ ਸਾਡਾ ਬਹੁਤ ਹੀ ਘਾਣ ਜਿਹੜਾ ਹੋ ਰਿਹਾ ਇਹ ਇਸ ਤੋਂ ਵੀ ਵੱਧ ਹੋਣ ਵਾਲਾ ਹੈ ਜੀ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹ ਦੇਖਣ ਦੇ ਵਿੱਚ ਆਇਆ ਕਿ ਸੱਚਾ ਕੌਣ ਤੇ ਝੂਠਾ ਕੌਣ ਆ। ਜੀ ਸੋ ਸਾਨੂੰ ਇਹ ਲੱਗਦਾ ਆ ਕਿ ਜਦੋਂ ਮੈਂ ਸੰਤ ਬੋਹਣ ਵਾਲਿਆਂ ਦੇ ਨਾਲ ਕੋਸ਼ਿਸ਼ ਕੀਤੀ ਕਿ ਤੁਸੀਂ ਸੁਸਾਇਟੀ ਮਹਾਰਾਜ ਜੀ ਸਭ ਤੋਂ ਸਿਆਣੇ ਸੰਤ ਆ, ਤੁਸੀਂ ਇੱਕ ਕਰਨ ਦੀ ਕੋਸ਼ਿਸ਼ ਕਰੋ, ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਸੰਤ ਇੰਦਰਦਾਸ ਜੀ ਬਾਹਰ ਗਏ ਹੋਏ ਆ, ਜਦੋਂ ਉਹ ਆਉਣਗੇ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਜੀ। ਫਿਰ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਇਹ ਹੋਊਗੀ ਕਿੱਦਾਂ। ਮੈਂ ਕਿਹਾ ਜੀ ਜਿਹੜੀ ਪੂਜਨੀਕ ਸੰਤ ਕੁਲਵੰਤ ਰਾਮ ਦੇ ਜੀ ਨਾਲ ਸੁਸਾਇਟੀ ਦੇ ਹੈ ਜੀ ਉਹਨਾਂ ਦਾ ਰੈਜੂਲੇਸ਼ਨ ਤੋੜਨ ਦਾ, ਖਤਮ ਕਰਨ ਦਾ ਮੈਂ ਪਵਾ ਕੇ ਲਿਆਉਂਗਾ। ਇਸ ਧੜੇ ਦੇ ਵਿੱਚ ਇੱਧਰ ਜਿਹੜੇ ਸੰਤ ਆਪਣੇ ਸੰਤ ਨਿਰਮਲ ਦਾਸ ਜੀ ਤੇ ਸੰਤ ਇੰਦਰਦਾਸ ਤੇ ਸੰਤ ਬੋਹਣ ਵਾਲੇ ਸਾਡੇ ਇਹਨਾਂ ਦੇ ਨਾਲ ਜਿਹੜੇ ਆ ਇਹ ਚੇਅਰਮੈਨ ਆ ਉਸ ਸੁਸਾਇਟੀ ਦੇ, ਵੀ ਤੁਹਾਡੀ ਜਿਹੜੀ ਰਿਸਪੈਕਟ ਸਾਰੇ ਲੋਕ ਕਰਦੇ ਆ, ਤੁਸੀਂ ਅੱਗੇ ਹੋ ਕੇ ਗੁਰੂ ਮਹਾਰਾਜ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਂਦੇ ਹੋਏ ਜੀ ਇਹ ਕੋਸ਼ਿਸ਼ ਕਰੀਏ ਕਿ ਜਿਹੜੇ ਪ੍ਰਧਾਨ ਆ ਤੁਸੀਂ ਇਹ ਵੀ ਸੁਸਾਇਟੀ ਭੰਗ ਕਰ ਦਿਓ, ਉਹ ਵੀ ਭੰਗ ਕਰ ਦਿਓ, ਉਹ ਭੰਗ ਮੈਂ ਕਰਾ ਕੇ ਲਿਆਉਂਗਾ। ਨਵੇਂ ਸਿਰੇ ਤੋਂ ਦੋਨੇ ਪ੍ਰਧਾਨ ਉਤਾਰ ਕੇ ਨਵਾਂ ਬਣਾ ਦਿਓ ਜੀ, ਸੈਕਟਰੀ ਵੀ ਉਤਾਰ ਕੇ ਨਵਾਂ ਬਣਾ ਦਿਓ, ਚੇਅਰਮੈਨ ਵੀ ਲਾਉਣਾ ਨਵਾਂ ਲਾ ਦਿਓ ਜੀ। ਲੇਕਿਨ ਸਮਾਜ ਨੂੰ ਸੁਸਾਇਟੀ ਇੱਕ ਹੋ ਜਵੇ ਤਾਂ ਬਹੁਤ ਜ਼ਿਆਦਾ ਫਾਇਦਾ ਹੈ। ਜੇਕਰ ਤੁਸੀਂ ਇੱਦਾਂ ਹੀ ਫਟੇ ਰਹੇ ਤਾਂ ਸਰਕਾਰਾਂ ਸਾਨੂੰ ਪੈਰਾਂ ਥੱਲੇ ਰੋਲ ਰਹੀਆਂ। ਬਾਬਾ ਸਾਹਿਬ ਦੀ ਵਿਚਾਰਧਾਰਾ ਜਿਹੜੀ ਸੀ, ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਇਹ ਕਹਿ ਰਹੀ ਆ ਕਿ ਇੱਕ ਹੋ ਜਾਓ, ਪੜੋ ਜੁੜੋ, ਸੰਘਰਸ਼ ਕਰੋ ਦਾ ਮਤਲਬ ਜੀ। ਤੇ ਇਹੋ ਹੀ ਸਤਿਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਸੀ ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਮ ਮਖੀਰਾ। ਪਰ ਜੇਕਰ ਸਾਡੇ ਜਿਹੜਾ ਸਰਮੌਰ ਸੁਸਾਇਟੀ ਆ ਉਹ ਹੀ ਨਹੀਂ ਇੱਕ ਹੋ ਰਹੀ ਤਾਂ ਸੰਗਤ ਨੂੰ ਸੇਧ ਕੀ ਮਿਲੂ। ਸੋ ਅੱਜ ਦੇ ਵਿਸ਼ੇ ਦੇ ਉੱਤੇ ਜੋ ਮੈਂ ਬੋਲਿਆ ਇੱਥੇ ਜੀ ਅੱਜ ਵੀ ਮੈਂ ਇਹੋ ਹੀ ਬੇਨਤੀ ਕੀਤੀ ਹੈ ਕਿ ਜੇਕਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਇੱਕ ਪਲੇਟਫਾਰਮ ਤੇ ਆ ਜਾਂਦੀ ਹੈ ਜੀ ਤੇ ਤੁਸੀਂ ਸਾਡਾ ਸਪੋਰਟ ਕਰਦੇ ਆ, ਅਸੀਂ ਧਰਮਾਂ ਤੋਂ ਉੱਪਰ ਉੱਠ ਕੇ, ਰਾਜਨੀਤੀ ਤੋਂ ਉੱਪਰ ਉੱਠ ਕੇ ਸਮਾਜ ਲਈ ਇੱਕ ਪਲੇਟਫਾਰਮ ਇਹੋ ਜਿਹਾ ਖੜਾ ਕਰ ਦੇਣਾ ਚਾਹੁੰਦੇ ਆ ਜਿੱਥੋਂ ਅਸੀਂ ਆਪਣੇ ਸਮਾਜ ਨੂੰ ਇਹੋ ਜਿਹੀ ਸੇਧ ਦੇ ਸਕੀਏ ਕਿ ਸਰਕਾਰਾਂ ਜਿਹੜੀਆਂ ਅੱਜ ਸਾਡੇ ਸੰਵਿਧਾਨਕ ਹੱਕ ਖੋ ਰਹੀਆਂ, ਅਸੀਂ ਇਹਨਾਂ ਸਰਕਾਰਾਂ ਨੂੰ ਸਮਾਜ ਦੇ ਪੈਰਾਂ 'ਚ ਰੋਲ ਦਈਏ ਜੇਕਰ ਤੁਸੀਂ ਇੱਕ ਹੋ ਜਾਓ। ਕਿਉਂ ਕਿ ਸੁਸਾਇਟੀ ਦੇ ਨਾਲ ਜਿਹੜੀ ਸੰਗਤ ਜੁੜੀ ਹੋਈ ਹੈ, ਚਾਹੇ ਸਾਡੇ ਡੇਰੇ ਉਹ ਕਿਸੇ ਵੀ ਤਰ੍ਹਾਂ ਉਹ ਸੰਗਤ ਉਹਨਾਂ ਨੂੰ ਮੰਨ ਰਹੀ ਆ ਜਾਂ ਦੇਖ ਰਹੀ ਆ, ਲੇਕਿਨ ਸੰਗਤ ਜਿਹੜੀ ਡੇਰਿਆਂ ਦੇ ਵਿੱਚ ਆ। ਸੋ ਸਾਡਾ ਜਿਹੜਾ ਪਾਵਰ ਆਫ ਸੋਸ਼ਲ ਯੂਨਿਟੀ ਦਾ ਨਜ਼ਰੀਆ ਆ ਕਿ ਧਰਮਾਂ ਦੇ ਵਿੱਚ ਪੈਣਾ ਨਹੀਂ, ਧਰਮ ਤੋਂ ਉੱਪਰ ਉੱਠਣਾ। ਕਿਉਂਕਿ ਧਰਮ ਜਿਹੜੇ ਮਾਨਵ ਧਰਮ ਜੇ ਮੇਰਾ ਮੰਨਣਾ ਤੇ ਰਿਜੇ, ਇਹ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਆ ਕਿ ਜਿਹੜੇ ਬੰਦੇ ਦੇ ਬਣਾਏ ਹੋਏ ਧਰਮ ਆ, ਇਹਨਾਂ ਧਰਮਾਂ ਨੂੰ ਗੁਰੂਆਂ ਨੇ ਮੰਨਿਆ ਨਹੀਂ। ਧਰਮ ਕੀ ਆ ਕਿ ਧਰਮ ਇੱਕ ਪ੍ਰਿੰਸੀਪਲ ਆ, ਲਿਵਿੰਗ ਲਾਈਫ ਆ ਬੰਦੇ ਦੀ, ਉਹਦੇ ਪ੍ਰਿੰਸੀਪਲ ਆ ਕੋਈ, ਉਹਨੂੰ ਧਰਮ ਕਿਹਾ ਜਾਂਦਾ ਕਿ ਅਸੀਂ ਲੋਕਾਂ ਦੀ ਖਾਤਰ ਆਪਣੇ ਆਪ ਨੂੰ ਕਿਵੇਂ ਸੱਚ ਦੇ ਰਾਹ ਤੇ ਲਿਜਾਂਦੇ ਹੋਏ ਕੁਰਬਾਨ ਕਰਨਾ ਜਾਂ ਸੱਚ ਦੇ ਮਾਰਗ ਤੇ ਚੱਲਣਾ, ਅਸੀਂ ਆਪਣੇ ਆਪ ਨੂੰ ਸੱਚਿਆਰ 'ਚ ਲਿਆਉਣਾ। ਸੋ ਅੱਜ ਦਾ ਜਿਹੜਾ ਵਿਸ਼ਾ ਸੀ ਇਹਨਾਂ ਦਾ ਬਹੁਤ ਗੰਭੀਰ ਸੀ। ਜਥੇਬੰਦੀਆਂ ਆਈਆਂ, ਕੰਛੀ ਟੀਵੀ ਵਾਲੇ ਵੀ ਆਏ। ਸੋ ਅੱਜ ਦੇ ਵਿਸ਼ੇ ਤੇ ਜਿੰਨਾ ਕੁ ਵੀ ਮੈਨੂੰ ਟਾਈਮ ਮਿਲ ਸਕਿਆ ਮੈਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਮਾਧਿਅਮ ਤੋਂ, ਜਿਹਦੇ ਵਿੱਚ ਸਾਡੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰਧਾਨ ਮੋਹਾਲੀ ਡਿਸਟ੍ਰਿਕਟ ਦੇ, ਸਾਡੇ ਨਵਾਂ ਸ਼ਹਿਰ ਦੇ ਪ੍ਰਧਾਨ ਤੇ ਸਾਡੇ ਨਾਲ ਸੂਬੇਦਾਰ ਚਮਕੌਰ ਸਾਹਿਬ ਤੋਂ ਸਤਿਗੁਰੂ ਰਵਿਦਾਸ ਚਮਕੌਰ ਸਾਹਿਬ ਜਿਹੜਾ ਸਾਡਾ ਗੁਰਦੁਆਰਾ ਉਹਦੇ ਮੈਂਬਰ ਆ। ਇਸੇ ਤਰੀਕੇ ਦੇ ਨਾਲ ਜਿਹੜਾ ਗੁਰਬਾਜ ਸਿੰਘ ਜੀ ਬਰਨਾਲੇ ਤੋਂ ਆਏ ਸੀ, ਜਾਂ ਅਸੀਂ ਜਿੱਥੇ ਜਿੱਥੇ ਵੀ ਮੈਸੇਜ ਲਾਏ ਆ, ਜਿਵੇਂ ਕਿ ਪਰਮਿੰਦਰ ਮਢਾਲੀ ਹੈ, ਇਹਨਾਂ ਨੂੰ ਸਾਰਿਆਂ ਨੂੰ ਅਸੀਂ ਮੈਸੇਜ ਲਾਏ ਸੀ ਕਿ ਆਪਾਂ ਜਾ ਕੇ ਗੱਲਬਾਤ ਰੱਖਣੀ ਹੈ, ਸੁਣਨੀ ਹੈ।
ਸੋ ਇਸ ਕਰਕੇ ਅੱਜ ਦਾ ਵਿਸ਼ਾ ਜਿਹੜਾ ਸਮਾਜ ਦੇ ਐਂਗਲ ਤੋਂ ਬਹੁਤ ਗੰਭੀਰ ਹੈ। ਕੋਈ ਇਹਨੂੰ ਸੀਰੀਅਸਲੀ ਹੋ ਕੇ ਲੈਂਦਾ ਜਾਂ ਨਹੀਂ ਲੈਂਦਾ, ਇਹ ਬੰਦੇ ਦੀ ਆਪਣੀ ਆਪਣੀ ਸੋਚ ਹੈ। ਕਿਉਂ ਕਿ ਜੇਕਰ ਅਸੀਂ ਆਪਣੇ ਆਪ ਦੇ ਵਿੱਚ ਵਿਚਾਰਾਂ ਦੇ ਨਾਲ ਜੁੜਾਂਗੇ ਜੀ ਤਾਂ ਅਸੀਂ ਕੁਝ ਕਰ ਪਾਵਾਂਗੇ। ਨਾ ਧਰਮਾਂ ਦੇ ਨਾਲ ਜੁੜਨ ਦੇ ਨਾਲ ਕੁਝ ਹੋਣਾ, ਤੇ ਨਾ ਮਜ਼ਹਬਾਂ ਦੇ ਜਾਂ ਹੋਰ ਅਸੀਂ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜ ਕੇ ਹੋਣਾ। ਕਿਉਂਕਿ ਲੋਕਾਂ ਦਾ ਜਿਹੜਾ ਵਿਸ਼ਾ ਸੀ ਕਿ ਪੋਲੀਟੀਕਲ ਪਾਵਰ ਇਜ਼ ਦੀ ਮਾਸਟਰ ਕੀ, ਅਸੀਂ ਉਸ ਯਾਤਰਾ ਜਿਹੜੀ ਅਣਖ ਜਗਾਓ ਆਜ਼ਾਦੀ ਪਾਓ ਕੱਢੀ ਸੀ, ਉਹਦੇ ਨੈਟ ਸ਼ੈਲ ਐਂਡ ਤੇ ਜਾ ਕੇ 30 ਤਰੀਕ ਨੂੰ ਜਦੋਂ ਮੈਂ ਬੋਲਿਆ ਸੀ ਪਾਵਰ ਆਫ ਸੋਸ਼ਲ ਯੂਨਿਟੀ ਦੇ ਵਿਆਪ ਤੇ ਉੱਥੇ ਇਹੋ ਹੀ ਗੱਲ ਰੱਖੀ ਸੀ ਕਿ ਜਿਸ ਦਿਨ 50 ਬੰਦੇ ਇਹ ਗੱਲ ਕਹਿ ਕੇ ਆ ਗਏ ਕਿ ਅਸੀਂ ਨਿਸਵਾਰਥ ਹੋ ਕੇ ਸਮਾਜ ਲਈ ਕੰਮ ਕਰਨਾ, ਹਰ ਤਰ੍ਹਾਂ ਦਾ ਬਦਲਾਅ ਲਿਆ ਦੇਵਾਂਗੇ, ਲੇਕਿਨ ਹਿੰਮਤ ਜਿਹੜੀ ਆ ਉਹ ਇੰਨੇ ਕੁ ਬੰਦੇ ਦੇ ਵਿੱਚ ਆਉਣੀ ਚਾਹੀਦੀ ਹੈ ਕਿ ਵਾਕਿਆ ਹੀ ਮੈਂ ਘਰ ਲਈ ਨਹੀਂ ਸਮਾਜ ਲਈ ਕੰਮ ਕਰਨਾ, ਫਿਰ ਕੁਝ ਬਣਨਾ। ਗੁਰੂਆਂ ਨੇ ਵੀ ਸਮਾਜ ਲਈ ਕੰਮ ਕੀਤਾ, ਬਾਬਾ ਸਾਹਿਬ ਨੇ ਸਾਰੀ ਆਪਣੀ ਜ਼ਿੰਦਗੀ ਲਾਤੀ, ਬੱਚੇ ਬਾਹਰ ਦਿੱਤੇ, ਐਜੂਕੇਸ਼ਨ ਸਾਰੇ ਕੁਰਬਾਨ ਕਰ ਦਿੱਤੀ। ਪਰ ਅਸੀਂ ਐਜੂਕੇਸ਼ਨ ਜਿਹੜੀ ਲੈ ਗੱਲ ਕਰਦੇ ਆ ਉਹ ਐਜੂਕੇਟ ਸ਼ਬਦ ਸੀ, ਉੱਥੇ ਡਿਗਰੀਆਂ ਦੀ ਕੋਈ ਮਹਾਨਤਾ ਨਹੀਂ। ਉੱਥੇ ਮਹਾਨਤਾ ਹੈ ਕਿ ਤੁਸੀਂ ਦੂਜੇ ਦੇ ਨਾਲ ਜੁੜਨਾ ਕਿੱਦਾਂ, ਉਹਨਾਂ ਦੇ ਵਿਚਾਰ ਵਿਮਰਸ਼ ਦੇ ਨਾਲ ਕਰਨਾ ਕਿੱਦਾਂ। ਇਸੇ ਕਰਕੇ ਵਿਚਾਰ ਗੋਸ਼ਟੀ ਕਰਨ ਲਈ 64 ਦਿਨ ਦੀ ਯਾਤਰਾ ਕਾਂਛੀ ਟੀਵੀ ਦੇ ਜਿਨ੍ਹਾਂ ਨੇ ਕਾਂਛੀ ਟੀਵੀ ਨੂੰ ਪਲ ਪਲ ਰਿਕਾਰਡ ਕੀਤਾ ਉਹ ਲੋਕਾਂ ਦੇ ਵਿੱਚ ਗਏ ਆ। ਮੈਂ ਅੱਜ ਵੀ ਤੁਹਾਡੇ ਮਾਧਿਅਮ ਤੋਂ ਇਹ ਬੇਨਤੀ ਲੋਕਾਂ ਨੂੰ ਕਰਦਾ ਕਿ ਇਹ ਵੀ ਵਿਸ਼ਾ ਅੱਜ ਦਾ ਗੰਭੀਰ ਹੈ। ਜਿਹੜੀ ਯਾਤਰਾ ਕੱਢੀ ਸੀ ਉਹਦਾ ਵਿਸ਼ਾ ਜਿਹੜਾ 64 ਦਿਨ ਦਾ ਹੈ ਉਹ ਸਾਰਿਆਂ ਦੇ ਕੋਲ ਪਹੁੰਚ ਚੁੱਕਾ ਹੈ। ਉਹਦੇ ਤੇ ਜੇਕਰ ਕਿਸੇ ਨੂੰ ਕੁਝ ਵੀ ਲੱਗਦਾ ਨੈਗੇਟਿਵ ਪੋਜ਼ਿਟਿਵ ਕੁਝ ਵੀ ਸੱਚ ਝੂਠ ਉਹ ਆਪਣੇ ਕਮੈਂਟ ਬਾਕਸ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਨ ਤਾਂ ਕਿ ਆਪਾਂ ਇੱਕ ਵਿਚਾਰਾਂ ਦੇ ਨਾਲ ਇੱਕ ਪਲੇਟਫਾਰਮ ਤੇ ਜੁੜ ਕੇ ਲੋਕਾਂ ਲਈ ਕੁਝ ਕਰ ਸਕੀਏ। ਨਹੀਂ ਤਾਂ ਇਹ ਜੀਵਨ ਜਿਹੜਾ ਆਉਣਾ ਜਾਣਾ ਇਹ ਬਣਿਆ ਰਹਿਣਾ। ਕਿਉਂਕਿ ਜੇ ਉਸ ਗੁਰੂਆਂ ਦੀ ਵਿਚਾਰਧਾਰਾ ਨੂੰ ਅੱਗੇ ਜਾਣਾ ਜਿਨ੍ਹਾਂ ਨੂੰ ਬਾਬਾ ਸਾਹਿਬ ਉਸ ਆਪਣੇ ਵਿਚਾਰਧਾਰਾ ਦੇ ਵਿੱਚ ਪਰੋ ਕੇ ਸਾਨੂੰ ਸੰਵਿਧਾਨ ਦੇ ਰੂਪ ਦੇ ਵਿੱਚ ਦੇ ਗਏ ਆ, ਤੇ ਉਸ ਸੰਵਿਧਾਨ ਤੇ ਜੇਕਰ ਡਾਕੇ ਸਾਡੇ ਹੁੰਦਿਆਂ ਤੇ ਪਈ ਜਾਣ, ਅਸੀਂ ਇੰਨੇ ਪੜ੍ਹ ਲਿਖ ਗਏ, ਇੰਨੀਆਂ ਡਿਗਰੀਆਂ ਕਰ ਲਈਆਂ, ਇੰਨੀਆਂ ਪੋਸਟਾਂ ਲੈ ਲਈਆਂ, ਪਰ ਅੱਜ ਅਸੀਂ ਮਾਰੇ ਘੁੰਮ ਰਹੇ ਹਾਂ। ਕਿਉਂ ਕਿ ਸਾਡਾ ਏਜੰਡਾ ਜਿਹੜਾ ਹਿਡਨ ਆ ਕਿ ਅਸੀਂ ਪਾਵਰ ਚ ਆ ਕੇ ਉਸ ਪਾਵਰ ਨੂੰ ਮਿਸਯੂਜ਼ ਕਰਕੇ ਆਪਣੇ ਸਮਾਜ ਨੂੰ ਰੋਲਣਾ। ਇਸ ਕਰਕੇ ਸਮਾਜ ਰੋਲਿਆ, ਨਹੀਂ ਤਾਂ ਸਮਾਜ ਰੋਲ ਨਹੀਂ ਸੀ ਸਕਦਾ। ਕਿਉਂਕਿ ਮਾਨਵਰ ਕਾਂਸ਼ੀ ਰਾਮ ਜੀ ਤੇ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਉਹ ਕਰੈਕਟਰ ਤੇ ਖੜੀ ਸੀ। ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਸੀਗਾ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਉਲਗ ਲੱਗਣੀ, ਉਹਨਾਂ ਨੇ ਕਰੈਕਟਰ ਤੇ ਜ਼ੋਰ ਦਿੱਤਾ, ਕਰੈਕਟਰ ਤੇ ਬਾਬਾ ਸਾਹਿਬ ਨੇ ਜ਼ੋਰ ਦਿੱਤਾ ਔਰ ਕਰੈਕਟਰ ਤੇ ਹੀ ਕਾਂਸ਼ੀ ਰਾਮ ਨੇ ਜ਼ੋਰ ਦਿੱਤਾ। ਇਸੇ ਕਰਕੇ 95 ਦੇ ਵਿੱਚ ਜਿਹੜੀ ਉਹਨਾਂ ਨੇ ਰੱਦ ਕਰਨ ਲਈ ਕਹਿ ਦਿੱਤਾ ਸੀ ਕਿ ਦਲਾਲ ਪੈਦਾ ਹੋ ਗਏ, ਨੂੰ ਰਾਜਨੀਤੀ ਬੰਦ ਕਰ ਦਿਓ, ਸਾਨੂੰ ਇਹਦੀ ਲੋੜ ਨਹੀਂ ਪੋਲੀਟਿਕਸ ਦੇ ਵਿੱਚ ਜਿਹੜੇ ਸਾਡੇ ਲੀਡਰ ਗਏ। ਸਿਮਿਲਰਲੀ ਕਾਂਸ਼ੀ ਰਾਮ ਜੀ ਨੇ 1993 ਦੇ ਵਿੱਚ ਜਦੋਂ 1992 ਦੇ ਵਿੱਚ ਐਮਐਲਏ ਬਣਦੇ ਸਟੇਜ ਤੋਂ ਅਨਾਉਂਸ ਕਰਨਾ ਪੈ ਗਿਆ ਕਿ ਇਹਨੇ ਮੁੜ ਕੇ ਜਿੱਤਣਾ ਨੇ। ਸੋ ਮੇਨ ਦੋਨਾਂ ਸਾਡੇ ਮਹਾਮਾਨਵ ਜਿਹੜੇ ਹੈ ਉਹਨਾਂ ਦਾ ਇਹੋ ਹੀ ਸੀ ਕਿ ਕਰੈਕਟਰ ਦੇ ਪੱਖ ਤੋਂ ਜਿਹੜਾ ਬੰਦਾ ਸਮਾਜ ਲਈ ਕੰਮ ਕਰਦਾ, ਜਿਹਦਾ ਕਰੈਕਟਰ ਆ ਉਹ ਹੀ ਸਮਾਜ ਨੂੰ ਕੁਝ ਦੇ ਸਕਦਾ, ਨਹੀਂ ਤਾਂ ਦੇ ਨਹੀਂ ਸਕਦਾ। ਸੋ ਅੱਜ ਦਾ ਵਿਸ਼ਾ ਵੀ ਬਹੁਤ ਗੰਭੀਰ ਹੈ। ਵੈਸੇ ਤਾਂ ਤੁਸੀਂ ਬਿਨਾਂ ਸਵਾਲ ਕੀਤੇ ਆ ਸਾਰਾ ਹੀ ਜਿਹੜਾ ਵਿਸ਼ਾ ਉਹ ਕਲੀਅਰ ਕਰ ਦਿੱਤਾ, ਸਮਾਜ ਦੇ ਹਾਲਾਤਾਂ ਤੇ ਵੀ ਨਜ਼ਰ ਮਾਰੀ ਹੈ। ਅੱਜ ਸਮਾਜ ਦੇ ਕੋਲੋਂ ਬਾਬਾ ਸਾਹਿਬ ਦੇ ਦਿੱਤੇ ਸੰਵਿਧਾਨਕ ਹੱਕ ਤੁਸੀਂ ਇੱਥੇ ਹਲਕਾ ਜਿਹਾ ਟੱਚ ਵੀ ਕੀਤਾ ਹੈ, ਖੋਹੇ ਗਏ ਨੇ। ਐਜੂਕੇਸ਼ਨ ਖੋਹ ਹੋ ਚੁੱਕੀ ਹੈ, ਸਿਹਤ ਸਹੂਲਤਾਂ ਖੋਹ ਹੋ ਚੁੱਕੀਆਂ, ਰਿਜ਼ਰਵੇਸ਼ਨ ਜਿਹੜੀ ਰੁਜ਼ਗਾਰ ਸਾਨੂੰ ਮਿਲਿਆ ਸੀ, ਜੋਬਾਂ ਮਿਲੀਆਂ ਸੀ, ਉਹ ਅੱਜ ਦੀ ਤਰੀਕ ਦੇ ਵਿੱਚ ਮਾਰੇ ਸਾਡੇ ਬੱਚੇ ਡਿਗਰੀਆਂ ਕਰਕੇ ਤੁਰੇ ਫਿਰਦੇ ਨੇ, ਕਿਸੇ ਨੂੰ ਕੋਈ ਜੋਬ ਨਹੀਂ ਮਿਲ। ਸਮਾਜ ਦੇ ਹਾਲਾਤ ਨਿਘਾਰ ਵੱਲ ਜਾ ਰਹੇ ਨੇ, ਜਾ ਚੁੱਕੇ ਨੇ। ਆਉਣ ਵਾਲਾ ਸਮਾਂ ਬੜਾ ਭਿਆਨਕ ਦਿਖਾਈ ਦੇ ਰਿਹਾ। ਜਿੱਥੇ ਸਮਾਜ ਨੇ ਤਰੱਕੀ ਕੀਤੀ, ਆਉਣ ਵਾਲੇ ਸਮਾਜ ਦੇ ਵਿੱਚ ਇੱਦਾਂ ਲੱਗਦਾ ਕਿ ਇਹ ਤਰੱਕੀ ਸਾਡੇ ਕੋਲ ਖੁੱਸ ਜਾਏਗੀ। ਹਾਲਾਤ ਮਾੜੇ ਹੁੰਦੇ ਜਾ ਰਹੇ ਨੇ, ਪਰ ਸਾਡੇ ਮਹਾਨ ਪੁਰਸ਼ ਸੰਤ ਸਮਾਜ ਉਹ ਆਪਸ ਵਿੱਚ ਲੜਦਾ ਜਾ ਰਿਹਾ। ਤੇ ਅੱਜ ਪੰਜਾਬ ਦੇ ਵਿੱਚ ਅਣਗਿਣਤ ਬਾਬਾ ਸਾਹਿਬ ਦੇ ਨਾਮ ਤੇ ਸੁਸਾਇਟੀਆਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਸੁਸਾਇਟੀਆਂ, ਸੰਤ ਕਬੀਰ ਜੀ ਜਾਂ ਹੋਰ ਮਹਾਂਪੁਰਸ਼ਾਂ ਦੇ ਨਾਂ ਤੇ ਸੁਸਾਇਟੀਆਂ ਤਾਂ ਹੈ, ਪਰ ਸਮਾਜ ਇਕਮੁੱਠ ਨਹੀਂ ਹੋ ਰਿਹਾ। ਇਹਦਾ ਤੁਸੀਂ ਆਖਰ ਤੇ ਕੀ ਕਹਿਣਾ ਚਾਹੋਗੇ? ਕਿਵੇਂ ਸਮਾਜ ਇਕੱਠਾ ਹੋ ਸਕਦਾ? ਵੈਸੇ ਤੁਸੀਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਗੱਲ ਕੀਤੀ ਹੈ। ਦੇਖੋ, ਚਾਹੇ ਗੁਰੂਆਂ ਦੀ ਵਿਚਾਰਧਾਰਾ ਹੈ, ਚਾਹੇ ਸਾਡੇ
ਜੋਤੀਬਾ ਫੂਲੇ ਦੀ ਵਿਚਾਰਧਾਰਾ, ਜੀ ਚਾਹੇ ਸਾਡੇ ਬਾਬਾ ਸਾਹਿਬ ਦੀ ਵਿਚਾਰਧਾਰਾ, ਜੀ ਜਿੰਨੇ ਵੀ ਗੁਰੂਆਂ ਦੀ ਵਿਚਾਰਧਾਰਾ ਹੈਗੀ ਹੈ, ਤੇ ਬਾਬਾ ਸਾਹਿਬ ਦੇ ਮਹਾਮਾਨਵ ਜਿਹੜੇ ਸਨ ਵਿਚਾਰਧਾਰਾ, ਉਹ ਇੱਕ ਸਾਨੂੰ ਸੰਦੇਸ਼, ਇੱਕ ਡਾਇਰੈਕਸ਼ਨ ਦੇ ਰਹੀ ਆ ਜੀ ਕਿ ਤਿਆਗ ਤੇ ਬਰਾਗ ਦੀ ਮੂਰਤ ਬਣੇ ਤੋਂ ਬਿਨਾਂ ਤੁਸੀਂ ਸਮਾਜ ਲਈ ਕੁਝ ਕਰ ਨਹੀਂ ਸਕਦੇ। ਜੀ ਅੱਜ ਦੀ ਡੇਟ ਦੇ ਵਿੱਚ ਸਾਡੇ ਅਣਗਿਣਤ ਐਮਐਲਏ, ਐਮਪੀ, ਆਈਐਸ, ਇੰਜੀਨੀਅਰ, ਡਾਕਟਰ, ਵਕੀਲ, ਹਰ ਇੱਕ ਚੀਜ਼ ਹੋਣ ਦੇ ਬਾਵਜੂਦ ਸਮਾਜ ਜਿਹੜਾ ਪਿੱਛੇ ਨੂੰ ਕਿਉਂ ਜਾ ਰਿਹਾ? ਕਿਉਂਕਿ ਸਾਡੇ ਜਿਹੜੇ ਪੋਲਿਟਿਕਸ ਦੇ ਵਿੱਚ ਲੀਡਰ ਗਏ, ਉਹਨੇ ਆਪਣੀਆਂ ਪਾਰਟੀਆਂ ਦੇ ਵਿੱਚ ਜਾ ਕੇ ਉਹਨਾਂ ਪਾਰਟੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਸਮਾਜ ਦਾ ਜਿਹੜਾ ਹਿੱਸਾ ਬਣਦਾ ਸੀ ਮੈਨੇਜਮੈਂਟ ਦੇ ਵਿੱਚ, ਉਹ ਨਹੀਂ ਮੰਗਿਆ। ਫਾਰ ਐਗਜ਼ਾਮਪਲ, ਜਦੋਂ ਤੋਂ ਬਿਜਲੀ ਬੋਰਡ ਚੋਂ ਮੈਂ ਰਿਟਾਇਰ ਹੋਇਆ, ਬਿਜਲੀ ਬੋਰਡ ਬਣਿਆ, ਜੀ 12 ਡਾਇਰੈਕਟਰ ਅੱਜ ਵੀ ਹੈ, ਸ਼ਡਿਊਲਡ ਕਾਸਟਾਂ ਦਾ ਕੋਈ ਡਾਇਰੈਕਟਰ ਹੈ ਜੀ ਜੇ ਜਦੋਂ ਦਾ ਬਿਜਲੀ ਬੋਰਡ ਬਣਿਆ 56 ਤੋਂ ਚੱਲ ਜਾ ਜਾਂ 58 ਤੋਂ ਚੱਲ ਰਿਹਾ, ਜੇ ਡਾਇਰੈਕਟਰ ਨਹੀਂ ਲੱਗਾ, ਇੱਕ ਐਮਐਲਏ ਤਾਂ ਗਲੀਆਂ ਨਾਲੀਆਂ ਲਈ ਲੱਖ ਦੇ ਦਿਓ, 2 ਲੱਖ ਦੇ ਦਿਓ, ਡਾਇਰੈਕਟਰ ਤਾਂ ਕਿਸੇ ਪਿੰਡ ਦੇ ਵਿੱਚ 10 ਟਰਾਂਸਫਾਰਮਰ ਰਖਾ ਦੇਵੇ ਤਾਂ ਕਰੋੜਾਂ ਰੁਪਈਆ ਦੇ। ਜੀ ਸੋ ਸਾਨੂੰ ਮੈਨੇਜਮੈਂਟ ਦੇ ਵਿੱਚ ਹਿੱਸਾ ਜਿਹੜਾ ਮਿਲਣਾ ਸੀ, ਉਹ ਸਾਡੇ ਜਿਹੜੇ ਲੀਡਰ ਸੀ, ਚਾਹੇ ਵਿਧਾਨ ਸਭਾ 'ਚ ਸੀ, ਚਾਹੇ ਸੰਸਦ ਦੇ ਵਿੱਚ ਸੀ, ਚਾਹੇ ਪਾਰਲੀਮੈਂਟ ਦੇ ਵਿੱਚ ਸੀ, ਉਹਨਾਂ ਨੇ ਹੱਕ ਮੰਗਣਾ ਸੀ। ਅਸੀਂ ਕੀ ਕੀਤਾ? ਅਸੀਂ ਉਲਟ ਕਰ ਲਿਆ ਕਿ ਅਸੀਂ ਪਾਰਟੀਆਂ ਨੂੰ ਦੋਸ਼ ਦੇਣ ਲੱਗ ਪਏ। ਅਸੀਂ ਆਪਣੇ ਲੀਡਰਾਂ ਨੂੰ ਦੋਸ਼ ਨਹੀਂ ਦਿੱਤਾ, ਜਿਨ੍ਹਾਂ ਨੇ ਆਪਣੇ ਸਵਾਰਥਾਂ ਦੀ ਖਾਤਰ ਸਮਾਜ ਨੂੰ ਪਿੱਛੇ ਨੂੰ ਧੱਕ ਦਿੱਤਾ। ਅੱਜ ਸਾਡੇ ਫਿਰ ਜਿਹੜੀਆਂ ਸਰਕਾਰਾਂ ਬਣ ਰਹੀਆਂ, ਜਿਹੜੀਆਂ ਉਹ ਇਹ ਗੱਲ ਕਹਿ ਰਹੀਆਂ ਅਸੀਂ ਰੁਜ਼ਗਾਰ ਦੇਣਾ। ਰੁਜ਼ਗਾਰ ਕਿੱਦਾਂ ਦੇਣਾ? ਰੁਜ਼ਗਾਰ ਜਿਹੜਾ ਆ ਉਹਦਾ ਦੇਣ ਦਾ ਪ੍ਰੋਸੈਸ ਆ। ਤੁਸੀਂ ਕਹਿੰਦੇ ਜੀ ਅਸੀਂ ਆਊਟਸੋਰਸਿੰਗ ਦੇ ਥਰੂ ਬੰਦੇ ਰੱਖ ਲੈ, ਉਹ ਤਾਂ ਠੇਕੇਦਾਰ ਦੇ ਥਰੂ ਆ। ਠੇਕੇਦਾਰ ਜਿਹੜਾ ਬੰਦੇ ਰੱਖੂਗਾ, ਤੁਸੀਂ ਪੱਕੇ ਕਰ ਨਹੀਂ ਸਕਦੇ, ਐਜ ਪਰ ਰੂਲ ਨਹੀਂ ਕਰ ਸਕਦੇ। ਸੋ ਬੈਂਕਾਂ ਦੇ ਵਿੱਚ ਵੀ ਮੇਰੀਆਂ ਮੀਟਿੰਗਾਂ ਹੋਈਆਂ, ਮੇਰੀ ਲੈਟਰ ਵੀ ਗਈ ਆ, ਸਾਡੇ ਮਹਿਕਮੇ 'ਚ ਚੱਲ ਰਹੀਆਂ। ਜਿਹੜਾ ਵੀ ਬੰਦਾ ਠੇਕੇਦਾਰ ਦੇ ਥਰੂ ਉਹ ਰੱਖਿਆ ਜਾ ਰਿਹਾ ਆਊਟਸੋਰਸ, ਜੀ ਉਹ ਕਦੀ ਵੀ ਪੱਕਾ ਨਹੀਂ ਹੋ ਸਕਦਾ। ਸਾਡੇ ਲੋਕਾਂ ਦੀਆਂ ਜਥੇਬੰਦੀਆਂ ਜਿਹੜੀਆਂ ਗੁੰਮਰਾਹ ਕਰ ਰਹੀਆਂ, ਜਿਹੜਾ ਵੀ ਠੇਕੇਦਾਰੀ ਸਿਸਟਮ, ਜਿਵੇਂ ਸਾਡਾ ਬਿਜਲੀ ਬੋਰਡ ਆ ਜਾਂ ਕੋਈ ਹੋਰ ਆ, ਚਾਹੇ ਕੋਈ ਵੀ ਹੈ, ਉਹ ਮਹਿਕਮਾ ਜਿਹੜਾ ਐਡਵਰਟਾਈਜ਼ਮੈਂਟ ਦੇ ਥਰੂ ਕੰਟਰੈਕਟ ਤੇ ਰੱਖੂਗਾ, ਉਹ ਪ੍ਰੋਵੀਜ਼ਨ ਹੁੰਦੀ ਆ ਕਿ ਉਹ ਮੈਰਿਟ ਦੇ ਇੱਕ ਬਣ ਕੇ ਬੰਦੇ ਰੱਖੇ ਗਏ ਆ, ਉਹਨਾਂ ਨੂੰ ਪੱਕੇ ਕਰਨ ਦੀ ਪ੍ਰੋਵੀਜ਼ਨ ਹੋ ਸਕਦੀ ਹੈ ਔਰ ਉਹ ਕਰਨੇ ਹੀ ਪੈ ਸਕਦੇ ਆ। ਸੋ ਇਹੋ ਹੀ ਇੱਕ ਪਹਿਲਾ ਮੈਥਡ ਹੁੰਦਾ ਸੀ ਕਿ ਮਹਿਕਮਾ ਜਿਹੜਾ ਡੇਲੀ ਬੇਸਿਸ ਤੇ ਰੱਖ ਕੇ ਵਰਕ ਚਾਰਜ ਟੀਮਮੇਟ ਬੁਲਾ ਕੇ ਲੋਕ ਬਹੁਤ ਲਾਈਨਮੈਨ ਤੱਕ ਪਹੁੰਚ ਗਏ, ਜਿਵੇਂ ਸਾਡੇ ਵੀ ਲੋਕ ਪਹੁੰਚੇ। ਸੋ ਸਾਨੂੰ ਜੇਕਰ ਬਚਾਉਣਾ ਆ ਤੇ ਸਾਨੂੰ ਸਿਰਫ ਤੇ ਸਿਰਫ ਇਹ ਗੱਲ ਤੇ ਕਨਸੈਂਟਰੇਟ ਕਰਨਾ ਪਊਗਾ ਕਿ ਅਸੀਂ ਸਮਾਜ ਲਈ ਕੰਮ ਕਰ ਰਹੇ ਜਾਂ ਘਰ ਲਈ ਕੰਮ ਕਰ ਰਹੇ ਹਾਂ। ਜੇਕਰ ਘਰ ਲਈ ਕੰਮ ਕਰਨਾ ਤੇ ਫਿਰ ਚਾਹੇ ਤੁਹਾਨੂੰ ਰਾਸ਼ਟਰਪਤੀ ਬਣਾ ਦਿਓ ਤੇ ਚਾਹੇ ਤੁਹਾਨੂੰ ਕੋਈ ਵੀ ਚੀਜ਼ ਕੁਰਸੀ ਮਿਲ ਜਾਵੇ, ਉਸ ਅਸੀਂ ਕੁਝ ਨਹੀਂ ਕਰ ਸਕਦੇ। ਜਿਵੇਂ ਕਿ ਸਾਨੂੰ ਮੁੱਖ ਮੰਤਰੀ ਦੀ ਵੀ ਕੁਰਸੀ ਮਿਲੀ ਸੀ, ਅਸੀਂ ਸਿਰਫ ਕਾਨੂੰਨਨ ਤੌਰ ਤੇ ਜਿਹੜੀ ਅਮੈਂਡਮੈਂਟ 85 ਆ ਉਹਨੂੰ ਲਾਗੂ ਕਰਾਉਣ ਲਈ 2 ਲਾਈਨਾਂ ਨਹੀਂ ਲਿਖ ਸਕੀ ਕਾਂਗਰਸ ਗਵਰਨਮੈਂਟ। ਕਿ ਕਾਂਸ਼ੀ ਟੀਵੀ ਨੇ ਜੋ ਰਿਕਾਰਡਿੰਗ ਕਰਕੇ ਪੂਰੇ ਵਰਲਡ ਦੇ ਵਿੱਚ YouTube ਦੇ ਰਾਹੀਂ ਭੇਜੀ ਹੈ, ਪਾਵਰ ਆਫ ਸੋਸ਼ਲ ਡਿਊਟੀ ਬੇਨਤੀ ਕਰਦੀ ਆਪਣੇ ਸਾਰੇ ਸਮਾਜ ਨੂੰ, ਜਿਹੜੇ ਸਾਡੇ ਨਾਲੇ ਭਰਾ ਬਾਹਰ ਬੈਠੇ, ਜਿਹੜੇ ਸਾਡੇ ਇੱਧਰ ਅਧਿਕਾਰੀ ਬੈਠੇ, ਕਰਮਚਾਰੀ ਬੈਠੇ, ਅਗਰ ਕਿਸੇ ਵੀ ਵਿਚਾਰ ਦੇ ਵਿੱਚ ਉਹਨਾਂ ਨੂੰ ਲੱਗਦਾ ਹੋਵੇ ਕਿ ਗਲਤ ਆ, ਤੇ ਅਸੀਂ ਕਹਿੰਦੇ ਆਓ ਵਿਚਾਰ ਸਾਂਝੇ ਕਰੀਏ, ਉਹਦੇ ਵਿੱਚ ਇੰਪਰੂਵਮੈਂਟ ਕਰੀਏ। ਜੇ ਠੀਕ ਲੱਗਦੇ ਆ ਕਿ ਆਪਾਂ ਇਸ ਟਾਈਮ ਨੂੰ ਸਮਝਾਈਏ ਨਾ, ਇਹ ਨਾ ਹੋਵੇ ਕਿ ਬਾਬਾ ਸਾਹਿਬ ਜੋ ਕਹਿੰਦੇ ਸੀ ਕਿ ਦੇਸ਼ ਗ੍ਰਾਮ ਹੋ ਜਾਣਾ, ਅਸੀਂ ਦੇਸ਼ ਗ੍ਰਾਮ ਹੋਣ ਤੋਂ ਪਹਿਲਾਂ ਗ੍ਰਾਮ ਹੋ ਗਏ ਹਾਂ। ਤੇ ਇਹਨੂੰ ਬਚਾਉਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਇੱਕ ਹੋਣਾ ਪੈਣਾ, ਚਾਹੇ ਅੱਜ ਹੋ ਜਾਈਏ ਚਾਹੇ ਕੱਲ੍ਹ ਹੋ ਜਾਈਏ। ਸੋ ਸਾਨੂੰ ਜ਼ਰੂਰੀ ਹੈ ਕਿ ਅਸੀਂ ਇੱਕ ਹੋਈਏ। ਬਿਲਕੁਲ ਜੀ, ਇੱਕ ਹੋਣ ਦੀ ਲੋੜ ਹੈ। ਅੱਜ ਜਿੱਥੇ ਜਸਟਿਸ ਸਾਹਿਬ ਉਹਨਾਂ ਨੇ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ ਸਪੀਚ ਦਿੱਤੀ ਹੈ, ਆਪਣੀ ਗੱਲ ਰੱਖੀ ਹੈ, ਤੇ ਹੁਣ ਮੇਰੇ ਨਾਲ ਜਿਹੜੇ ਵਿਚਾਰ ਸਾਂਝੇ ਕੀਤੇ ਤੁਸੀਂ ਸੁਣੇ ਨੇ। ਸਮਾਜ ਅੱਜ ਖੇਰੂ ਹੁੰਦਾ ਦਿਖਾਈ ਦੇ ਰਿਹਾ। ਜ਼ਿੰਮੇਵਾਰ ਕੌਣ ਨੇ? ਆਪਾਂ ਨੂੰ ਭੁਗਤਣਾ ਪਏਗਾ। ਆਓ ਆਉਣ ਵਾਲਾ ਸਮਾਂ ਚੰਗਾ ਲਿਆਉਣ ਦੇ ਵਾਸਤੇ ਸਮਾਜ ਨੂੰ ਇੱਕ ਕਰਨ ਦੇ ਲਈ ਆਪਾਂ ਸਾਰੇ ਰਲ ਮਿਲ ਕੇ ਯਤਨ ਕਰੀਏ। ਬਹੁਤ ਬਹੁਤ ਧੰਨਵਾਦ ਜੀ ਜਸਟਿਸ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਜੈ ਭਾਰਤ, ਜੈ ਗੁਰਦੇਵ, ਧੰਨਵਾਦ।